ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਹੁਣ ਦੇਖਾਂਗੇ ਉਹ ਇਹ ਹੈ ਕਿ ਸਾਡਾ ਪ੍ਰਭੂ ਐਜ਼ ਅ ਮਾਲਕ ਹੋਣ ਦੇ ਨਾਤੇ, ਐਜ਼ ਅ ਲੋਰਡ ਹੋਣ ਦੇ ਨਾਤੇ, ਐਜ਼ ਅ ਬੌਸ ਹੋਣ ਦੇ ਨਾਤੇ ਸਾਡੇ ਕੋਲ ਕਿਹੜੀ ਚੀਜ਼ ਦੀ ਐਕਸਪੈਕਟੇਸ਼ਨ ਰੱਖਦਾ, ਐਂਡ ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਮੇਰੇ ਨਾਲ ਅਸੀਂ ਉਦਾਂ ਅਸੀਂ ਵੱਡੇ ਤੌਰ ਤੇ ਉਹ ਸਾਰੇ ਹਿੱਸੇ ਪੜ੍ਹ ਚੁੱਕੇ ਹਾਂ, ਚੈਪਟਰਾਂ ਦੇ ਚੈਪਟਰ ਪੜ੍ਹ ਚੁੱਕੇ ਹਾਂ, ਲੇਕਿਨ ਹੁਣ ਅਸੀਂ ਸਮੇਂ ਦੀ ਕਮੀ ਦੇ ਕਰਕੇ ਅਸੀਂ ਜਿੱਦਾਂ ਕਿ ਛੋਟੇ ਛੋਟੇ ਹਿੱਸੇ ਦੇਖਾਂਗੇ। ਕੋਈ ਜਣਾ ਲੂਕਾ ਦਾ 9ਵਾਂ ਭਾਵ 57 ਤੋਂ 62 ਤਾਈਂ ਕੱਢ ਲੈ, ਔਰ ਕੋਈ ਜਣਾ ਲੂਕਾ ਦਾ 10ਵਾਂ ਭਾਵ ਉਹਦੀ 38 ਆਇਤ ਤੋਂ 42 ਤੱਕ, ਔਰ ਕੋਈ ਜਾਣਾ ਉਸ ਤੋਂ ਬਾਅਦ ਅਸੀਂ ਲੂਕ ਦੇ 10ਵੇਂ ਭਾਵ ਦੇ ਵਿੱਚ ਹੀ ਰਹਿਣਾ। ਸੋ ਕੋਈ ਜਾਣਾ ਲੂਕ ਦਾ 9ਵਾਂ ਭਾਵ ਉਹਦੀ 57 ਤੋਂ 62 ਆਇਤ ਤੱਕ। ਮੈਂ ਪੜ੍ਹਦੇ ਪਾਸਟਰ ਜੀ ਨਾ ਨੰਬਰ ਜ਼ਰੂਰ ਦੱਸ ਦਿਓ ਜੀ। 62 ਪੰਨਾ 122 ਹੈ ਜੀ। ਹਾਂਜੀ 122 ਪੰਨਾ 122 ਪੰਨਾ, ਸੌਰੀ। ਪ੍ਰਭੂ ਯਿਸੂ ਦੇ ਪਿੱਛੇ ਚੱਲਣ ਦਾ ਮੁੱਲ। ਉਹ ਰਾਹ ਵਿੱਚ ਜਾ ਰਹੇ ਸਨ। ਕਿਸੇ ਆਦਮੀ ਨੇ ਯਿਸੂ ਕੋਲ ਆ ਕੇ ਕਿਹਾ, ਪ੍ਰਭੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਪਿੱਛੇ ਆਵਾਂਗਾ। ਯਿਸੂ ਨੇ ਉਸ ਨੂੰ ਕਿਹਾ, ਲੋਂਬੜੀਆਂ ਦੇ ਰਹਿਣ ਲਈ ਘੁਰਨੇ ਹਨ, ਆਕਾਸ਼ ਦੇ ਪੰਛੀਆਂ ਕੋਲ ਆਪਣੇ ਆਲਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਜੋਗੀ ਥਾਂ ਵੀ ਨਹੀਂ ਹੈ। ਇੱਕ ਹੋਰ ਨੂੰ ਯਿਸੂ ਨੇ ਕਿਹਾ, ਮੇਰੇ ਪਿੱਛੇ ਚੱਲ। ਪਰ ਉਸ ਆਦਮੀ ਨੇ ਉੱਤਰ ਦਿੱਤਾ, ਪ੍ਰਭੂ ਜੀ, ਪਹਿਲਾਂ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰ ਆਵਾਂ। ਯਿਸੂ ਨੇ ਉਸ ਨੂੰ ਕਿਹਾ, ਮੁਰਦਿਆਂ ਦਾ ਸੰਸਕਾਰ ਕਰਨ ਦਿਓ, ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ। ਇੱਕ ਆਦਮੀ ਨੇ ਕਿਹਾ, ਪ੍ਰਭੂ ਜੀ, ਮੈਂ ਤੁਹਾਡੇ ਪਿੱਛੇ ਚੱਲਾਂਗਾ, ਪਰ ਪਹਿਲੇ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਘਰ ਵਾਲਿਆਂ ਕੋਲੋਂ ਵਿਦਾ ਲੈ ਆਵਾਂ। ਪਰ ਯਿਸੂ ਨੇ ਉਸ ਨੂੰ ਕਿਹਾ, ਜੋ ਮਨੁੱਖ ਹਾਲ ਉੱਤੇ ਹੱਥ ਰੱਖ ਕੇ ਪਿੱਛੇ ਦੇਖਦਾ ਹੈ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈ। ਕੱਲ ਅਗਰ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ, ਅਸੀਂ ਮੂਵੀ ਦਾ ਇੱਕ ਹਿੱਸਾ ਦੇਖਿਆ ਸੀ ਕਿ ਨਿਕੋਡੇਮਸ ਕਿਸ ਤਰ੍ਹਾਂ ਉਹ ਚਾਹੁੰਦਾ ਸੀ ਮੈਂ ਜਾਵਾਂ ਪ੍ਰਭੂ ਦੇ ਨਾਲ, ਲੇਕਿਨ ਰੱਸੇ ਇੰਨੇ ਬੁਰੇ ਤਰ੍ਹਾਂ ਜ਼ਿੰਦਗੀ ਦੇ ਪਏ ਹੋ ਸੀਗੇ। ਉਹਦੇ ਅਹੁਦੇ ਦਾ ਰੱਸਾ, ਉਹਦੇ ਬੱਚਿਆਂ ਦੇ ਪਿਆਰ ਦਾ ਰੱਸਾ ਉਹਦੇ ਪਿਆ ਸੀ ਪੈਰਾਂ ਨੂੰ, ਔਰ ਉਹਦੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਉਹਦੇ ਮਨ ਦੀਆਂ ਚਾਹਤਾਂ ਸੀ ਉਹਦੇ ਰੱਸੇ ਉਹਦੇ ਪਏ ਸੀ। ਉਹਨਾਂ ਚੀਜ਼ਾਂ ਨੂੰ ਛੱਡਣਾ ਬਹੁਤ ਔਖਾ ਸੀ, ਪਰ ਸਿਵਾਏ ਹੰਝੂਆਂ ਤੋਂ ਉਸਦੇ ਪੱਲੇ ਹੋਰ ਕੁਛ ਨਹੀਂ ਸੀ। ਹਾਂ, ਪ੍ਰਭੂ ਨੂੰ ਲਿਆ ਕੇ ਉਸਨੇ ਸੋਨੇ ਦੀਆਂ ਮੋਹਰਾਂ ਤਾਂ ਦਿੱਤੀਆਂ, ਪਰ ਪ੍ਰਭੂ ਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਉਸਦੇ ਘਰ ਦੇ ਵਿੱਚ ਸੋਨੇ ਦੀ ਤਾਂ ਕੋਈ ਕਮੀ ਨਹੀਂ। ਉੱਥੇ ਤਾਂ ਦੱਸਿਆ ਜਾਂਦਾ ਕਿ ਪਵਿੱਤਰਤਾ, ਸੋਨਾ ਪਵਿੱਤਰਤਾ ਦੀ ਨਿਸ਼ਾਨੀ ਹੈ। ਉੱਥੇ ਤਾਂ ਪਵਿੱਤਰਤਾ ਦੀ ਰਸਤੇ, ਸੜਕਾਂ ਬਣੀਆਂ, ਇਹਦੇ ਨਾਲ ਕੀ ਹੋ ਜਾਣਾ ਸੀਗਾ, ਲੇਕਿਨ ਉਹ ਆਪ ਪਿੱਛੇ ਰਹਿ ਗਿਆ। ਸੋ ਪ੍ਰਭੂ ਆਪਣੇ ਬੰਦੇ ਕੋਲ ਜਿਹੜੀ ਚੀਜ਼ ਚਾਹੁੰਦਾ ਹੈ ਉਹ ਇਹ ਚਾਹੁੰਦਾ ਕਿ ਜਿਸ ਵੇਲੇ ਤੁਸੀਂ ਪ੍ਰਭੂ ਦੇ ਪਿੱਛੇ ਚੱਲਦੇ ਪਏ ਤੇ ਪਿੱਛਾ ਮੁੜ ਕੇ ਨਾ ਦੇਖੋ, ਪਿੱਛਾ ਮੁੜ ਕੇ ਨਾ ਦੇਖੋ। ਆਪਣੇ ਮਨ ਨੂੰ ਅਗਰ ਅਸੀਂ ਪਿਛਲੇ ਪਾਸੇ ਲਾਵਾਂਗੇ ਤਾਂ ਪਿੱਛਾ ਮੁੜ ਕੇ ਦੇਖਾਂਗੇ। ਇਸ ਦਾ ਮਤਲਬ ਇਹ ਨਹੀਂ ਕਿ ਮੈਨੂੰ ਆਪਣੇ ਪਿੱਛੇ ਦਾ ਧਿਆਨ ਨਹੀਂ ਰੱਖਣਾ ਚਾਹੀਦਾ, ਰੱਖਣਾ ਚਾਹੀਦਾ, ਕਿਉਂਕਿ ਵੈਰੀ ਹਰ ਐਂਗਲ ਤੋਂ ਅਟੈਕ ਕਰਦਾ, ਹਰ ਐਂਗਲ ਤੋਂ ਅਟੈਕ ਕਰਦਾ। ਪਰ ਜੇ ਮੇਰਾ ਮਨ ਪਿਛਲੀਆਂ ਚੀਜ਼ਾਂ ਦੇ ਨਾਲ ਲੱਗਾ ਤੇ ਫਿਰ ਮੈਂ ਅੱਗੇ ਨਹੀਂ ਵੱਧ ਸਕਦਾ। ਜਿਹੜਾ ਮੇਰਾ ਮਨ ਆ ਉਹ, ਜਿਸ ਤਰ੍ਹਾਂ ਕਿ ਆਪਾਂ ਜਿਹੜੀ ਚੀਜ਼ ਦੇ ਵੱਲ ਵੱਧਦੇ ਪਏ ਆ, ਉਹ ਹੈ ਹੋਮਸਿਕ। ਸਾਡਾ ਮਨ ਜਿਹੜਾ ਘਰ ਦੀ ਮਹਿਕ ਦੇ ਵੱਲ ਨੂੰ ਲੱਗਣਾ ਚਾਹੀਦਾ ਜਿੱਥੇ ਅਸੀਂ ਜਾ ਰਹੇ। ਸਾਡਾ ਦਿਲ ਦੀਆਂ ਜਿਹੜੀਆਂ ਤਾਰਾਂ ਉਧਰ ਨੂੰ ਜੁੜਨੀਆਂ ਚਾਹੀਦੀਆਂ, ਔਰ ਫਿਰ ਸਾਨੂੰ ਬਹੁਤੀਆਂ ਚੀਜ਼ਾਂ ਤੋਂ
ਬੇਪਰਵਾਹੀ ਆਉਂਦੀ ਹੈ। ਔਰ ਇਹ ਬੇਪਰਵਾਹੀ ਦਾ ਮਤਲਬ ਇਹ ਨਹੀਂ ਕਿ ਅਸੀਂ ਰਿਸਪੌਂਸਿਬਲ ਹਿਊਮਨ ਬੀਇੰਗ ਨਹੀਂ ਗੇ ਤੇ ਅਸੀਂ ਆਪਣੀਆਂ ਰਿਸਪੌਂਸਿਬਿਲਟੀਆਂ ਨਿਭਾਉਣੀਆਂ ਬੰਦ ਕਰ ਦਿੱਤੀਆਂ। ਨੋ, ਵੀ ਆਰ ਰਿਸਪੌਂਸਿਬਲ। ਪਰ ਉਹਨਾਂ ਬਹੁਤੀਆਂ ਚੀਜ਼ਾਂ ਦਾ ਜਿਨ੍ਹਾਂ ਦੇ ਨਾਲ ਲਗਾਵ ਸਾਡਾ ਹੋ ਜਾਂਦਾ ਨਾ, ਔਰ ਜਿਸ ਲਈ ਉਹ ਪ੍ਰਾਪਤ ਹੋ ਜਾਂਦੀਆਂ ਤਾਂ ਫਿਰ ਉਹ ਕਿਸੇ ਕੰਮ ਦੀਆਂ ਨਹੀਂ। ਜਸਟ ਅਨਦਰ ਥਿੰਗ, ਸਾਡਾ ਧਿਆਨ ਉੱਧਰ ਨੂੰ ਨਹੀਂ ਰਹਿੰਦਾ, ਨਾਸ਼ਵਾਨ ਚੀਜ਼ਾਂ ਦੇ ਵੱਲ ਨਹੀਂ ਰਹਿੰਦਾ, ਬਲਕਿ ਉਸ ਖਜ਼ਾਨੇ ਵੱਲ ਰਹਿੰਦਾ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਸੋ ਬਾਪ ਦਾ ਹੁਕਮ ਕੀ ਹੈ? ਯਿਸੂ ਦਾ ਹੁਕਮ ਕੀ ਹੈ? ਯਿਸੂ ਨੇ ਦੇਖੋ ਕਿੰਨਾ ਸਟੇਟ ਫੋਰਵਰਡ ਸਾਰਿਆਂ ਨੂੰ। ਪਹਿਲੇ ਬੰਦੇ ਨੇ ਆਸ ਜਗਾਈ ਹੈ ਕਿ ਮੈਂ ਤੇਰੇ ਪਿੱਛੇ ਚੱਲਣਾ ਮੰਗਦਾ, ਤੇ ਯਿਸੂ ਨੇ ਉਸਨੂੰ ਇੱਕ ਚੀਜ਼ ਦੱਸ ਦਿੱਤੀ ਕਿ ਲੋਮੜੀਆਂ ਦੇ ਤਾਂ ਰਹਿਣ ਦੇ ਲਈ ਘੁਰਨੇ ਹੁੰਦੇ, ਆਕਾਸ਼ ਦੇ ਪੰਛੀਆਂ ਦੇ ਕੋਲ ਆਲਣੇ ਹੁੰਦੇ, ਪਰ ਮਨੁੱਖ ਦੇ ਪੁੱਤਰ ਦੇ ਕੋਲ ਸਿਰ ਧਰਨ ਨੂੰ ਥਾਂ। ਔਰ ਇਹ ਉਸਨੂੰ ਪਿੱਛੇ ਖਿੱਚ ਕੇ ਲੈ ਗਈ, ਕਿਉਂਕਿ ਉਹਦੀ ਯਿਸੂ ਹਰੇਕ ਦੇ ਮਨ ਦੀ ਗੱਲ ਨੂੰ ਜਾਣਦੇ। ਉਸਨੇ ਉਹਨਾਂ ਨੇ ਉਸਦਾ ਮਨ ਪੜ ਲਿਆ ਕਿ ਕੀ ਕਹਿੰਦਾ, ਇੱਥੇ ਕਿਉਂ ਜਾਣਾ ਮਨ। ਸੋ ਐਜ਼ ਅ ਕੰਮ ਹੋਣ ਦੇ ਨਾਤੇ ਉਸਦਾ ਮੇਰੇ ਲਈ ਇੱਕ ਹੁਕਮ ਇਹ ਆ ਕਿ ਮੇਰੀਆਂ ਜਿਹੜੀਆਂ ਅੱਖਾਂ ਆ ਉਹ ਸਿੱਧੀਆਂ ਰਹਿਣ ਘਰ ਵੱਲ। ਔਰ ਦੂਸਰਾ, ਜਿਹੜਾ ਉਸਨੇ ਮੈਨੂੰ ਕੰਮ ਦਿੱਤਾ ਉਸ ਕੰਮ ਦੇ ਵਿੱਚ ਮੇਰਾ ਧਿਆਨ ਲੱਗਾ ਰਹੇ, ਮੇਰਾ ਮਨ, ਮੇਰਾ ਤਨ ਔਰ ਮੇਰੀ ਆਤਮਾ ਦੇ ਲਈ ਵੀ ਪ੍ਰਭੂ ਦਏਗਾ। ਔਰ ਸਾਰਿਆਂ ਨੂੰ ਬਾਅਦ ਚ ਅਸੀਂ ਇਕੱਠਾ ਕਰਾਂਗੇ। 10ਵਾਂ ਭਾਗ ਅਸੀਂ ਉਸਦੀ 38 ਤੋਂ 42 ਆਏ 125 ਪੇਜ ਹੈ ਜੀ। ਹਾਂਜੀ ਕਰੋ। ਪ੍ਰਭੂ ਯਿਸੂ ਮਾਰਥਾ ਅਤੇ ਮਰੀਅਮ ਦੇ ਘਰ ਵਿੱਚ। ਯਿਸੂ ਅਤੇ ਉਹਨਾਂ ਦੇ ਚੇਲੇ ਯਾਤਰਾ ਦੇਰ ਕਰਦੇ ਇੱਕ ਪਿੰਡ ਵਿੱਚ ਪਹੁੰਚੇ। ਉੱਥੇ ਮਾਰਥਾ ਨਾਂ ਦੀ ਇੱਕ ਔਰਤ ਨੇ ਯਿਸੂ ਨੂੰ ਆਪਣੇ ਘਰ ਵਿੱਚ ਠਹਿਰਾਇਆ। ਮਾਰਥਾ ਦੀ ਇੱਕ ਭੈਣ ਸੀ, ਉਸਦਾ ਨਾਮ ਮਰੀਅਮ ਸੀ। ਮਰੀਅਮ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦਾ ਉਪਦੇਸ਼ ਸੁਣਨ ਲੱਗੀ, ਪਰ ਮਾਰਥਾ ਸੇਵਾ ਕਰਦੇ ਕਰਦੇ ਘਬਰਾ ਗਈ। ਉਹ ਯਿਸੂ ਕੋਲ ਆਈ, ਉਸਨੇ ਕਿਹਾ, ਪ੍ਰਭੂ ਜੀ, ਤੁਹਾਨੂੰ ਮੇਰਾ ਫਿਕਰ ਨਹੀਂ ਹੈ। ਮੇਰੀ ਭੈਣ ਨੇ ਸਾਰਾ ਕੰਮ ਕਰਨ ਦੇ ਲਈ ਮੈਨੂੰ ਇਕੱਲੀ ਨੂੰ ਛੱਡ ਦਿੱਤਾ ਹੈ। ਉਸ ਨੂੰ ਆਖੋ ਕਿ ਉਹ ਮੇਰੀ ਮਦਦ ਕਰੇ। ਪ੍ਰਭੂ ਯਿਸੂ ਨੇ ਮਾਰਥਾ ਨੂੰ ਉੱਤਰ ਦਿੱਤਾ, ਮਾਰਥਾ, ਤੂੰ ਬਹੁਤ ਸਾਰਿਆਂ ਚੀਜ਼ਾਂ ਦੇ ਲਈ ਚਿੰਤਾ ਕਰਦੀ ਹੈ ਅਤੇ ਪਰੇਸ਼ਾਨ ਰਹਿੰਦੀ ਹੈ। ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ ਜੋ ਉੱਤਮ ਹੈ। ਮਰੀਅਮ ਨੇ ਉਸੇ ਨੂੰ ਚੁਣ ਲਿਆ ਹੈ, ਉਹ ਉਸ ਤੋਂ ਖੋਹੀ ਨਹੀਂ ਜਾਵੇਗੀ। ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ ਸਾਰਿਆਂ ਨੂੰ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਹਿਣਾ। ਮੈਂ ਬਹੁਤ ਦੇਰ ਤੋਂ ਅਸੀਂ ਸਾਰੇ ਜਾਣੇ ਮਿਲ ਕੇ ਇਸ ਚੀਜ਼ ਨੂੰ ਸਿੱਖ ਰਹੇ ਹਾਂ ਕਿ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਇੱਕ ਪਰਸਨਲ ਤੌਰ ਤੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠਣਾ, 1 to 1, ਔਰ ਉਹ ਕਿੰਨਾ ਜ਼ਰੂਰੀ ਹੈ ਸਮਾਂ। ਕਿ ਮਾਰਥਾ ਦੇ ਕੰਮ ਦੀ ਜ਼ਰੂਰਤ ਨਹੀਂ, ਬਹੁਤ ਜ਼ਰੂਰਤ, ਬਹੁਤ ਜ਼ਰੂਰਤ ਹੈ। ਮਾਰਥਾ ਆ, ਮਰੀਅਮ ਆ, 12 ਪ੍ਰਭੂ ਦੇ ਚੇਲੇ ਆ, 13ਵੀਂ 2-4 ਹੋਰ ਨਾਲ ਹੋਣੇ ਆ, ਪ੍ਰਭੂ ਆਪ 17-18 ਬੰਦਿਆਂ ਦਾ ਖਾਣਾ ਬਣਾਉਣਾ। ਕੋਈ ਸੌਖੀ ਗੱਲ ਆ ਨਹੀਂ, ਬਹੁਤ ਉਹਦਾ ਕੰਮ ਜ਼ਰੂਰੀ ਸੀ। ਪਰ ਪ੍ਰਭੂ ਨੇ ਉਸਨੂੰ ਇੱਕ ਚੀਜ਼ ਕਹੀ ਕਿ ਤੂੰ ਇੱਕ ਚੀਜ਼, ਤੂੰ ਬੁਲਾਇਆ ਤਾਂ ਸਹੀ ਮੈਨੂੰ ਆਪਣੇ ਘਰ, ਪਰ ਤੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਫਸਾ ਲਿਆ। ਮੈਨੂੰ ਘਰ ਬੁਲਾ, ਤੂੰ ਇੱਕ ਚੀਜ਼ ਭੁੱਲ ਗਏ ਕਿ ਇਹ ਕੰਮ ਤਾਂ ਤੇਰੇ ਕੋਲ ਸਾਰੀ ਉਮਰ ਰਹਿਣੇ ਹੈ, ਪਰ ਮੈਂ ਤੇਰੇ ਘਰ ਆਇਆ ਔਰ ਉਹ ਚੀਜ਼ ਮਾਰਥਾ ਨੇ ਚੁਣੀ, ਮਰੀਅਮ ਨੇ ਚੁਣ ਲਈ, ਮਾਫ ਕਰਨਾ। ਔਰ ਇਸ ਚੀਜ਼ ਨੂੰ ਅਸੀਂ, ਇਸੇ ਚੀਜ਼ ਨੂੰ ਪ੍ਰਭੂ ਅੱਜ ਵੀ ਚਾਹੁੰਦਾ ਸੀ
ਕਿ ਮਰੀਅਮ ਦੇ ਵਾਂਗ ਅਸੀਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੀਏ ਔਰ ਪ੍ਰਭੂ ਨੂੰ ਅੰਦਰ ਪਾ ਲੈਣ। ਕਿਉਂਕਿ ਇਹ ਇੱਕ ਐਸੀ ਚੀਜ਼ ਆ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਮੂੰਹ ਦੇ ਨਾਲ ਕਹੀ ਆ ਕਿ ਇਹ ਉੱਤਮ ਚੀਜ਼ ਆ ਜੋ ਇਸ ਨੂੰ ਚਾਹੀਦੀ। ਔਰ ਉਹ ਸਮਾਂ ਇੱਕ ਐਸਾ ਸਮਾਂ ਹੁੰਦਾ ਜਿਸ ਦੇ ਵਿੱਚ ਅਸੀਂ ਪ੍ਰਭੂ ਦੇ ਕੋਲੋਂ ਸਾਰੇ ਦਿਨ ਦੀ ਤਾਕਤ ਪਾ ਕੇ ਉੱਠਦੇ। ਆਪਣਾ ਗੈਸ ਟੈਂਕ ਭਰ ਕੇ ਉੱਠਦੇ। ਉਹ ਭਾਵੇਂ ਥੋੜਾ ਸਮਾਂ ਤੇ ਭਾਵੇਂ ਜ਼ਿਆਦਾ। ਔਰ ਇਹ ਬਹੁਤ ਜ਼ਰੂਰੀ ਹੈ ਪ੍ਰਭੂ ਦੇ ਬੰਦੇ ਦੇ ਲਈ। ਇਹ ਬਹੁਤ ਜ਼ਰੂਰੀ ਆ। ਅਸੀਂ ਪਰਮੇਸ਼ਰ ਦੇ ਕੋਲ ਨਹੀਂ ਜਾ ਰਹੇ, ਅਸੀਂ ਆਪਣੇ ਬਾਪ ਦੀ ਹਜ਼ੂਰੀ ਦੇ ਵਿੱਚ। ਔਰ ਪ੍ਰਭੂ ਯਿਸੂ ਮਸੀਹ ਦੇ ਨਾਮ, ਉਸਦੇ ਖੂਨ ਔਰ ਉਸਦੇ ਕੀਤੇ ਹੋਏ ਕੰਮਾਂ ਦੇ ਵਿੱਚ ਉਸਦੀ ਦਇਆ, ਉਸਦੀ ਕਿਰਪਾ ਚ ਛੁਪਾ ਕੇ ਉਹਦੀ ਹਜ਼ੂਰੀ ਚ। ਕਿਸ ਤਰ੍ਹਾਂ ਉਹ ਨਹੀਂ ਪ੍ਰਭੂ, ਉਸਦੇ ਆਪਣੇ ਪ੍ਰਭੂ ਯਿਸੂ ਨੇ ਪੁੱਤਰ ਹੋਣ ਦੇ ਨਾਤੇ ਇਹ ਸਭ ਕੁਝ ਸਾਨੂੰ ਕਰਕੇ ਦਿੱਤਾ ਕਿ ਬਾਪ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠਣਾ ਕਿੰਨਾ ਜ਼ਰੂਰੀ। ਪ੍ਰਭੂ ਯਿਸੂ ਮਸੀਹ ਨੇ 5000 ਲੋਕਾਂ ਨੂੰ ਰਜਾਇਆ ਔਰ ਭੀੜ ਉੱਤੋਂ ਦੀ ਡਿੱਗਦੀ ਫਿਰਦੀ ਆ, ਲੇਕਿਨ ਪ੍ਰਭੂ ਯਿਸੂ ਮਸੀਹ ਉਹਨਾਂ ਸਾਰਿਆਂ ਨੂੰ ਉੱਥੇ ਛੱਡ ਕੇ ਇਕਾਂਤ ਦੇ ਵਿੱਚ। ਔਰ ਉਹ ਸਮਾਂ ਜਿਹੜਾ ਕੀਮਤੀ ਸਮਾਂ, ਗੋਲਡਨ ਸਮਾਂ, ਇਸ ਨੂੰ ਕਦੀ ਵੀ ਗਵਾਉਣਾ ਨਹੀਂ ਚਾਹੀਦਾ। ਉਹ ਸਮਾਂ ਕਦੀ ਵੀ ਤੁਹਾਡੇ ਕੋਲੋਂ ਕੋਈ ਖੋਵੇ। And that's 1 to 1। ਨਾ ਮੈਂ ਆਪਣੇ ਬੱਚਿਆਂ ਦੇ ਲਈ ਦੁਆ ਕਰਦਾ, ਨਾ ਮੈਂ ਆਪਣੀ ਪਤਨੀ ਦੇ ਲਈ ਦੁਆ ਕਰਦਾ। ਉੱਥੇ ਮੇਰੀ ਸਿਰਫ ਇੱਕੋ ਹੀ ਦੁਆ ਹੁੰਦੀ ਹੈ ਕਿ ਮੈਂ ਆ ਗਿਆ, ਤੂੰ ਬੋਲ। ਔਰ ਜਿਸ ਲਈ ਅਸੀਂ ਸੁਣਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦੇ ਹਾਂ, ਫਿਰ ਸਾਨੂੰ ਸੁਣਾਈ ਦੇ ਲੱਗ ਪੈਂਦਾ। ਔਰ 90% ਐਸੀਆਂ ਚੀਜ਼ਾਂ ਸੁਣਾਈ ਦੇਣ ਲੱਗ ਪੈਂਦੀਆਂ ਜਿਹੜੀਆਂ ਪ੍ਰਭੂ ਸਾਨੂੰ ਕਹਿ ਰਿਹਾ ਹੁੰਦਾ ਕਿ ਆਹ ਤੇਰੀ ਜ਼ਿੰਦਗੀ ਦੇ ਵਿੱਚ ਪਸੰਦ, ਇਹ ਤੋਂ ਮੈਨੂੰ ਦੁਰਗੰਧ ਹੋ। ਔਰ ਜਿੱਦਾਂ ਜਿੱਦਾਂ ਫਿਰ ਉਹ ਘਟਦਾ ਜਾਂਦਾ, 99% ਥੱਲੇ ਨੂੰ ਜਾਣ ਲੱਗ ਪੈਂਦਾ। And I'm still up there। ਤੇ ਪ੍ਰਭੂ ਦੀ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਉਹਨਾਂ ਚੀਜ਼ਾਂ। ਫਿਰ ਜੋ ਪ੍ਰਭੂ ਕਹਿੰਦਾ ਕਿ ਤੁਸੀਂ ਏਦਾਂ ਕਰੋ, ਫਿਰ ਉਹ ਚੀਜ਼ਾਂ ਹੋਣ ਲੱਗਦੀਆਂ। ਔਰ ਬਿਨਾਂ ਕਿਸੇ ਸੰਘਰਸ਼ ਦੇ, ਬਿਨਾਂ ਕਿਸੇ ਮਿਹਨਤ ਦੇ, they are natural। ਹੁਣ ਜਿਸ ਤਰ੍ਹਾਂ ਕਿ ਅਸੀਂ ਉੱਠ ਕੇ ਤੁਰਦੇ ਹਾਂ ਤੇ ਅਸੀਂ ਇਹ ਥੋੜ੍ਹਾ ਕਹਿੰਦੇ ਕਿ 1 ਪੈਰ, 2 ਪੈਰ, 3 ਪੈਰ, 4 ਪੈਰ, 5 ਪੈਰ, 6 ਪੈਰ, ਏਦਾਂ ਥੋੜ੍ਹਾ ਤੁਰਦੇ ਹਾਂ। ਅਸੀਂ ਨੈਚੁਰਲੀ ਤੁਰਦੇ। ਜਿਸ ਡੈਸਟੀਨੇਸ਼ਨ ਤੇ ਜਾਣਾ ਹੁੰਦਾ, ਸਾਡਾ ਸਰੀਰ ਆਪੇ ਹੀ ਮੁੜਦਾ, ਆਪੇ ਹੀ ਜਾਂਦਾ, ਆਪੇ ਹੀ ਸੱਜੇ ਮੁੜਦਾ, ਆਪੇ ਹੀ ਖੱਬੇ ਮੁੜਦਾ। ਸਿਗਨਲ ਥੋੜ੍ਹਾ ਦਿੰਦੇ ਆਪਣੇ ਆਪ ਨੂੰ ਧਿਆਨ ਨੂੰ। So is life in God। ਪ੍ਰਭੂ ਦੇ ਯਿਸੂ ਦੇ ਵਿੱਚ ਵੀ ਜ਼ਿੰਦਗੀ ਏਦਾਂ ਹੀ ਨੈਚੁਰਲ ਬਣਨੀ ਸ਼ੁਰੂ ਹੋ ਜਾਂਦੀ। ਨੈਚੁਰਲੀ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਸਾਡੇ ਤੋਂ ਦੂਰ ਜਾਣ ਲੱਗ ਪੈਂਦੀਆਂ। ਸੋ ਇਹ ਵੀ ਪ੍ਰਭੂ ਦਾ ਹੁਕਮ ਕਿ ਉਹਦੀ ਹਜ਼ੂਰੀ ਦੇ ਵਿੱਚ ਬੈਠੋ। ਉਸ ਦੀ ਹਜ਼ੂਰੀ ਦੇ ਵਿੱਚੋਂ ਕੁਝ ਜੇ ਬੈਠਾਂਗੇ ਤੇ ਕੁਝ ਲੈ ਕੇ ਆਵਾਂਗੇ। ਹੁਣ ਅੱਗੇ ਦੇਖੋ, ਇਸੇ ਚੈਪਟਰ ਦੇ ਵਿੱਚ 10ਵੇਂ ਦੇ ਵਿੱਚ ਆਓ ਅਸੀਂ 10ਵਾਂ ਚੈਪਟਰ ਉਸਦੀ 1 ਤੋਂ ਲੈ ਕੇ 12 ਤੱਕ ਲੂਕਾ ਦਾ। ਮੈਂ ਪੜ੍ਹ ਦਿੰਦਾ ਪਾਸਟਰ ਜੀ।
Go ahead, ਮੇਰਾ ਵੀਰ। So chapter 10, 1 to 12, 123 ਪੰਨਾ ਆ। ਪ੍ਰਭੂ ਯਿਸੂ 72 ਚੇਲਿਆਂ ਨੂੰ ਪ੍ਰਚਾਰ ਲਈ ਘੱਲਦੇ ਹਨ। ਇਸ ਦੇ ਪਿੱਛੋਂ ਪ੍ਰਭੂ ਯਿਸੂ ਨੇ ਹੋਰ 72 ਆਦਮੀਆਂ ਨੂੰ ਚੁਣਿਆ। ਫਿਰ ਉਹਨਾਂ ਸਾਰਿਆਂ ਪਿੰਡਾਂ ਅਤੇ ਸ਼ਹਿਰਾਂ ਜਿੱਥੇ ਯਿਸੂ ਆਪ ਜਾਣ ਵਾਲੇ ਸਨ, ਉਹਨਾਂ 72 ਨੂੰ ਦੋ ਕਰਕੇ ਆਪਣੇ ਅੱਗੇ ਘੱਲਿਆ। ਯਿਸੂ ਨੇ ਉਹਨਾਂ ਨੂੰ ਕਿਹਾ, ਫਸਲ ਤਾਂ ਬਹੁਤ ਹੈ, ਪਰ ਵਾਢੀ ਕਰਨ ਵਾਲੇ ਕਾਮੇ ਬਹੁਤ ਥੋੜੇ ਹਨ। ਇਸ ਲਈ ਫਸਲ ਦੇ ਮਾਲਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫਸਲ ਕੱਟਣ ਦੇ ਲਈ ਹੋਰ ਕਾਮੇ ਘੱਲੇ। ਜਾਓ, ਮੈਂ ਤੁਹਾਨੂੰ ਲੇਲਿਆਂ ਦੇ ਰੂਪ ਵਿੱਚ ਬਘਿਆੜਾਂ ਦੇ ਵਿੱਚ ਘੱਲ ਰਿਹਾ ਹਾਂ। ਆਪਣੇ ਨਾਲ ਬਟੂਆ, ਝੋਲੀ, ਜੁੱਤੀ ਆਦਿ ਨਾ ਲੈਣਾ। ਰਾਹ ਵਿੱਚ ਕਿਸੇ ਨੂੰ ਨਮਸਤੇ ਨਾ ਕਹਿਣਾ। ਜਦੋਂ ਤੁਸੀਂ ਕਿਸੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਹਿਣਾ, ਇਸ ਘਰ ਦੇ ਲੋਕਾਂ ਨੂੰ ਸ਼ਾਂਤੀ ਮਿਲੇ। ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹੁਣ ਵਾਲੇ ਲੋਕੀ ਰਹਿੰਦੇ ਹੋਣਗੇ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਉਸ ਘਰ ਵਾਸਤੇ ਫਲਦਾਇਕ ਹੋਵੇਗੀ। ਪਰ ਜੇਕਰ ਉਸ ਘਰ ਵਿੱਚ ਸ਼ਾਂਤੀ ਦੇ ਚਾਹੁਣ ਵਾਲੇ ਨਹੀਂ ਹੋਣਗੇ ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਮੁੜ ਆਵੇਗੀ। ਉਸ ਘਰ ਵਿੱਚ ਠਹਿਰਨਾ, ਜੋ ਕੁਝ ਉਹ ਖਾਣ ਪੀਣ ਵਾਸਤੇ ਦੇਣ ਉਹੀ ਖਾਣਾ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਘਰ ਘਰ ਨਾ ਫਿਰਨਾ। ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉਸ ਨਗਰ ਦੇ ਲੋਕੀ ਤੁਹਾਡਾ ਸਵਾਗਤ ਕਰਨ ਤਾਂ ਜੋ ਕੁਝ ਉਹ ਤੁਹਾਡੇ ਅੱਗੇ ਖਾਣ ਲਈ ਰੱਖਣ ਉਹੀ ਖਾਓ। ਉਸ ਨਗਰ ਦੇ ਬਿਮਾਰਾਂ ਨੂੰ ਠੀਕ ਕਰਨਾ। ਉੱਥੇ ਦੇ ਰਹਿਣ ਵਾਲਿਆਂ ਨੂੰ ਕਹਿਣਾ, ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ। ਪਰ ਜੇਕਰ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉੱਥੇ ਦੇ ਲੋਕੀ ਤੁਹਾਡਾ ਸਵਾਗਤ ਨਾ ਕਰਨ ਤਾਂ ਉਸ ਨਗਰ ਦੀਆਂ ਗਲੀਆਂ ਤੋਂ ਬਾਹਰ ਆ ਕੇ ਕਹਿਣਾ, ਤੁਹਾਡੇ ਨਗਰ ਦਾ ਕੱਟਾ ਵੀ ਜੋ ਸਾਡੇ ਪੈਰਾਂ ਨੂੰ ਲੱਗ ਗਿਆ ਹੈ, ਅਸੀਂ ਤੁਹਾਡੇ ਸਾਹਮਣੇ ਝਾੜਦੇ ਹਾਂ। ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਵਰ ਨਿਆਂ ਵਾਲੇ ਦਿਨ ਉਸ ਨਗਰ ਦੀ ਬਜਾਏ ਸਦੋਮ ਨਗਰ ਉੱਤੇ ਬਹੁਤੀ ਦਇਆ ਕਰੇਗਾ। ਆਮੇਨ। Can you believe it? 72 ਚੇਲੇ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਘੱਲਣ ਲੱਗੇ ਆ, ਉਹਨਾਂ ਦੇ ਕੋਲ ਇੰਨੀ ਅਥਾਰਟੀ ਪ੍ਰਭੂ ਨੇ ਉਹਨਾਂ ਨੂੰ ਦਿੱਤੀ ਆ ਕਿ ਤੁਸੀਂ ਕਹੋਗੇ ਕਿ ਇਹ ਪ੍ਰਭੂ ਦੀ ਸ਼ਾਂਤੀ, ਜਿਸ ਲਈ ਉਸ ਘਰ ਦੇ ਲਈ ਮੰਗੋਗੇ ਤਾਂ ਉਸ ਘਰ ਦੇ ਵਿੱਚ ਪ੍ਰਭੂ ਦੀ ਸ਼ਾਲੋਮ ਸ਼ਾਂਤੀ ਆਏਗੀ। ਜਿਸ ਲਈ ਅਸੀਂ ਸ਼ਾਂਤੀ ਦੇ ਸ਼ਬਦ ਨੂੰ ਦੇਖਦੇ ਹਾਂ ਨਾ, ਤੇ ਅਸੀਂ ਸਿਰਫ ਇਹੋ ਹੀ ਦੇਖਦੇ ਹੈਗੇ ਆ ਕਿ ਜਿੱਦਾਂ ਕਿ ਸਾਡਾ ਮਨ ਸ਼ਾਂਤ। ਸ਼ਾਲੋਮ ਦਾ ਮਤਲਬ ਇਹ ਨਹੀਂ ਜਿੱਥੋਂ ਇਹ ਸ਼ਬਦ ਲਿਆ ਗਿਆ, ਹੀਬਰੂ ਦਾ ਸ਼ਬਦ ਸ਼ਾਲੋਮ। ਜਿਹੜੀ ਅਸੀਂ ਆਪਣੇ ਮਨ ਦੀ ਸ਼ਾਂਤੀ ਦੀ ਗੱਲ ਕਰਦੇ ਹਾਂ ਤਾਂ ਉਹ ਬੇਸਿਕਲੀ ਜਿੱਦਾਂ ਕਿ ਨਾ ਉਹ ਸਾਨੂੰ ਪੀਜ਼ਾ ਨਹੀਂ ਕੱਟ ਕੇ ਦਿੰਦੇ ਹੁੰਦੇ, ਉਹ 12 ਸਲਾਈਸ ਕੱਟ ਦਿੰਦੇ, ਕੋਈ 8 ਸਲਾਈਸ ਕੱਟ ਦਿੰਦਾ। ਉਹ ਸਿਰਫ ਤੁਸੀਂ ਇਹ ਕਹਿ ਲਓ ਕਿ ਉਹ ਜਿਹੜੀ ਇੱਕ ਸਲਾਈਸ ਦਾ 100ਵਾਂ ਹਿੱਸਾ ਆ ਜਿਹੜੀ ਅਸੀਂ ਮਨ ਦੀ ਸ਼ਾਂਤੀ ਗੱਲ ਕਰਦੇ। ਇਹਦਾ ਜਿਹੜਾ ਮੇਨ ਮਤਲਬ ਆ ਕਿ ਤੇਰੇ ਵਿੱਚ ਔਰ ਤੇਰੇ ਪਰਮੇਸ਼ਰ ਦੇ ਵਿੱਚ ਸ਼ਾਂਤੀ ਬਣੀ। ਸੋ ਜਿੰਨੀਆਂ ਚੀਜ਼ਾਂ ਉਹਦੇ ਲਈ ਤੈਨੂੰ ਸਵਰਗ ਦੇ ਲਈ ਚਾਹੀਦੀਆਂ, ਸਵਰਗ ਔਰ ਤੇਰੇ ਵਿੱਚ ਜਿਹੜੀਆਂ ਸ਼ਾਂਤੀ ਬਣੀ ਰਹੇ, ਔਰ ਤੇਰੇ ਭਰਾ ਦੇ ਵਿੱਚ ਸ਼ਾਂਤੀ ਬਣੀ ਰਹੇ। ਯਾਨੀ ਕਿ ਸਾਰੇ ਜਿਹੜਾ ਤੇਰੇ ਆਲੇ ਦੁਆਲੇ ਦੀ ਦੁਨੀਆ ਔਰ ਤੇਰੇ ਵਿੱਚ ਤੇ ਧਰਤੀ ਦੇ ਵਿੱਚ ਸ਼ਾਂਤੀ ਬਣੀ ਰਹੇ। ਯਾਨੀ ਕਿ ਧਰਤੀ ਦੀਆਂ ਚੀਜ਼ਾਂ ਵੀ ਤੈਨੂੰ ਬਖਸ਼ਿਸ਼ ਦੇਣ। ਤੇਰੇ ਹੱਥ ਦਾ, ਤੇਰੇ ਪੁੱਠੇ ਹੱਥ ਦਾ ਸਿੱਟਿਆ ਦਾਣਾ ਕਈ ਹਜ਼ਾਰ ਗੁਣਾ ਬਣੇ। ਸ਼ਾਲੋਮ ਤਾਂ ਆਪਣੇ ਆਪ 'ਚ ਇੱਕ ਸਟੱਡੀ ਹੈ, ਪਰ ਜਿੱਥੋਂ ਦੇਖ ਕੇ ਸਾਨੂੰ ਪਤਾ ਲੱਗਦਾ, ਔਰ ਉਹ ਪ੍ਰਭੂ ਨੇ ਆਪਣੇ ਬੱਚਿਆਂ ਨੂੰ ਹੱਕ ਦਿੱਤਾ ਕਿ ਜਦ ਤੁਸੀਂ ਕਹੋਗੇ it will happen। ਔਰ ਜਦ ਉਹ ਨਹੀਂ ਉਸਨੂੰ ਸਵੀਕਾਰ ਕਰਨਗੇ ਤੇ ਤੁਸੀਂ ਆਪਣਾ ਪੈਰਾਂ ਦਾ ਕੱਟਾ ਉੱਥੇ ਝਾੜਦਾ, ਔਰ ਆਖਰੀ ਦਿਨ ਨੂੰ ਉਹ ਕੱਟਾ ਉੱਠ ਕੇ ਕਹੇਗਾ ਤੇ ਨਹੀਂ, ਇਹਨਾਂ ਨੂੰ ਸਭ ਸਮਾਚਾਰ ਸੁਣਾਇਆ ਗਿਆ, ਇਹਨਾਂ ਨੇ ਸਵੀਕਾਰ ਨਹੀਂ ਕੀਤਾ। ਪਰ ਪ੍ਰਭੂ ਦਾ ਹੁਕਮ ਇਹ ਆ ਕਿ ਅਸੀਂ ਉਹਨਾਂ ਕੋਲ ਵੀ ਜਾਣਾ ਜਿਨ੍ਹਾਂ ਨੇ ਸਵੀਕਾਰ ਕਰਨਾ, ਤੇ ਅਸੀਂ ਉਹਨਾਂ ਕੋਲ ਵੀ ਜਾਣਾ ਜਿਨ੍ਹਾਂ ਨੇ ਸਵੀਕਾਰ ਨਹੀਂ ਕਰਨਾ।
ਅਗਰ ਅਸੀਂ ਇਸ ਹੁਕਮ ਨੂੰ ਮੰਨਦੇ ਹਾਂ ਤਾਂ ਅੱਜ ਸਾਡੀਆਂ ਚਰਚਾਂ ਚੌਥੇ ਪੰਜਵੀਂ ਜਨਰੇਸ਼ਨ ਦੇ ਕ੍ਰਿਸਚਨਾਂ ਦੇ ਨਾਲ ਭਰੀਆਂ ਨੇ। ਅੱਜ ਸਾਡੀਆਂ ਚਰਚਾਂ ਘੱਟ ਤੋਂ ਘੱਟ ਹਰੇਕ ਚਰਚ ਦੇ ਵਿੱਚ 30 ਤੋਂ 40% ਨਵੇਂ ਕ੍ਰਿਸਚਨ, ਕਿਉਂਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਅਸੀਂ ਸਿਰਫ ਉਹ ਚਰਚਾਂ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਦੇ ਆਪਣੇ ਮਸੀਹੀ ਕਲਿੱਕ ਬਣੇ ਹੋਏ ਔਰ ਉਹ ਨਹੀਂ ਵਚਨ ਲੈ ਕੇ ਜਾਂਦੇ ਪਏ, ਔਰ ਉਹਦੇ ਕਰਕੇ ਜਿਹੜੀ ਸਾਡੀ ਸ਼ਾਂਤੀ ਦੇਣ ਦੀ ਤਾਕਤ ਆ ਉਹ ਵੀ ਖਤਮ ਹੋ ਚੁੱਕੀ। ਪਰ ਅਸੀਂ ਪ੍ਰਭੂ ਦਾ ਅਸੀਂ ਹੁਕਮ ਮੰਨਾਂਗੇ ਜੇ ਅਸੀਂ ਉੱਥੇ ਵੀ ਜਾਵਾਂਗੇ ਜਿੱਥੇ ਸਾਡਾ ਸਵਾਗਤ ਆ, ਔਰ ਉੱਥੇ ਜਾ ਕੇ ਵੀ ਪ੍ਰਭੂ ਦਾ ਵਚਨ ਦੇਵਾਂਗੇ ਜਿੱਥੇ ਸਵਾਗਤ ਨਹੀਂ, ਤਾਂ ਪ੍ਰਭੂ ਸਾਡੀ ਸ਼ਾਂਤੀ ਦੇ ਵਿੱਚ ਵੀ ਬਰਕਤ ਪਾਏਗਾ ਔਰ ਸਾਡੇ ਪੈਰਾਂ ਦੇ ਕੱਟੇ ਤੇ ਵੀ ਬਰਕਤ ਪਾਏਗਾ। ਸੋ ਸਾਡਾ ਜਿਹੜਾ ਬੌਸ ਆ, ਜਿਹੜਾ ਸਾਡਾ ਮਾਲਕ ਆ, ਉਹ ਸਾਡੇ ਤੋਂ ਇਹ ਚਾਹੁੰਦਾ। ਹੁਣ ਆਓ ਅਸੀਂ 17 ਤੋਂ ਲੈ ਕੇ ਅਸੀਂ 24 ਤੱਕ ਇਸੇ ਚੈਪਟਰ ਨੂੰ ਦੇਖਾਂਗੇ। ਮੈਂ ਪੜ੍ਹਦੀ ਹਾਂ ਪਾਸਟਰ ਜੀ। Go ahead, Milton. 72 ਚੇਲਿਆਂ ਦਾ ਮੁੜ ਕੇ ਆਉਣਾ। 72 ਚੇਲੇ ਯਿਸੂ ਕੋਲ ਮੁੜ ਆਏ। ਉਹ ਬਹੁਤ ਖੁਸ਼ ਸਨ। ਉਹਨਾਂ ਯਿਸੂ ਨੂੰ ਦੱਸਿਆ, ਪ੍ਰਭੂ ਜੀ, ਤੁਹਾਡੇ ਨਾਂ ਦੇ ਕਾਰਨ ਭੂਤ ਵੀ ਸਾਡੀ ਮੰਨਦੇ ਹਨ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਆਕਾਸ਼ ਤੋਂ ਡਿੱਗਦੇ ਦੇਖਿਆ ਹੈ। ਮੈਂ ਤੁਹਾਨੂੰ ਸੱਪਾਂ ਤੇ ਬਿੱਛੂਆਂ ਤੋਂ ਮਿੱਧਣ ਦੀ ਸ਼ਕਤੀ ਦਿੱਤੀ ਹੈ। ਮੈਂ ਸ਼ੈਤਾਨ ਦੀਆਂ ਤਾਕਤਾਂ ਉੱਤੇ ਤੁਹਾਨੂੰ ਅਧਿਕਾਰ ਦਿੱਤਾ ਹੈ। ਕੋਈ ਚੀਜ਼ ਵੀ ਤੁਹਾਨੂੰ ਨੁਕਸਾਨ ਨਹੀਂ ਕਰ ਸਕਦੀ। ਫਿਰ ਵੀ ਖੁਸ਼ ਨਾ ਹੋਵੋ ਕਿ ਭੂਤ ਤੁਹਾਡੀ ਆਗਿਆ ਮੰਨਦੇ ਹਨ, ਪਰ ਇਸ ਲਈ ਖੁਸ਼ ਹੋਵੋ ਕਿ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਗਏ ਹਨ। ਪ੍ਰਭੂ ਯਿਸੂ ਦਾ ਖੁਸ਼ ਹੋਣਾ। ਉਸ ਵੇਲੇ ਯਿਸੂ ਨੂੰ ਪਵਿੱਤਰ ਆਤਮਾ ਨੇ ਖੁਸ਼ੀ ਨਾਲ ਭਰ ਦਿੱਤਾ। ਯਿਸੂ ਨੇ ਕਿਹਾ, ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੈਨੂੰ ਧੰਨਵਾਦ ਦਿੰਦਾ ਹਾਂ ਕਿ ਤੂੰ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖੇ, ਪਰ ਉਹਨਾਂ ਹੀ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ। ਹੇ ਪਿਤਾ, ਤੈਨੂੰ ਇਹੀ ਚੰਗਾ ਲੱਗਾ। ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ। ਕੋਈ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦਾ ਹੈ। ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ, ਜਾਂ ਉਹ ਆਦਮੀ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ। ਫਿਰ ਯਿਸੂ ਨੇ ਚੇਲਿਆਂ ਦੀ ਵੱਲ ਮੁੜ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਕਿਹਾ, ਧੰਨ ਹਨ ਉਹ ਅੱਖਾਂ ਜਿਹੜੀਆਂ ਇਹ ਸਭ ਗੱਲਾਂ ਦੇਖਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਸਾਰੇ ਨਬੀਆਂ ਤੇ ਰਾਜਿਆਂ ਨੇ ਚਾਹਿਆ ਕਿ ਜਿਹੜੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਦੇਖਣ, ਪਰ ਉਹ ਨਾ ਦੇਖ ਸਕੇ, ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਸੁਣਨ, ਪਰ ਉਹ ਸੁਣ ਨਾ ਸਕੇ। Amen. ਸ਼ਮਾਉਨ ਵਿਚਾਰਾ ਜਿਹੜਾ ਮੰਦਿਰ ਦੇ ਅੱਗੇ ਬੈਠਾ ਰਹਿੰਦਾ ਸੀਗਾ, ਬੁੱਢਾ ਹੋ ਗਿਆ ਸੀ, ਬਜ਼ੁਰਗ ਹੋ ਚੁੱਕਾ ਸੀ। ਉਹ ਔਰਤ ਜਿਹੜੀ 100 ਸਾਲ ਤੋਂ ਉੱਤੇ ਇੰਤਜ਼ਾਰ ਕਰਦੀ ਪਈ ਸੀ, ਔਰ ਹੋਰ ਵੀ ਬਹੁਤ ਸਾਰੇ ਸੀਗੇ ਜਿਹੜੇ ਮਸਾਇਆ ਦਾ ਇੰਤਜ਼ਾਰ ਕਰਦੇ ਪਏ ਸੀਗੇ। ਜਦੋਂ ਯਿਸੂ ਆਇਆ, ਜਦੋਂ ਉਹਨਾਂ ਨੇ ਉਹ ਦੇਖਿਆ, ਔਰ ਜਿਹੜੇ ਉਹਦੇ ਤੋਂ ਪਹਿਲਾਂ ਦਾਨੀਅਲ ਵਰਗੇ, ਆਇਜ਼ਿਆ ਵਰਗੇ, ਜਰਮਾਇਆ ਵਰਗੇ, ਹੋਜ਼ਿਆ ਵਰਗੇ, ਜ਼ਕਰਿਆ ਵਰਗੇ ਨਬੀ, ਜੋਏਲ ਵਰਗੇ ਨਬੀ ਜੋ ਲਿਖ ਕੇ ਗਏ ਆ, ਉਹ ਤਾਂ ਵਿਚਾਰੇ ਇੰਤਜ਼ਾਰ ਚ ਰਹਿ ਗਏ ਨਾ ਕਿ ਉਹ ਆਏਗਾ, ਉਹ ਆਏਗਾ। ਔਰ ਬੇਸਿਕਲੀ ਤੁਸੀਂ ਇਹ ਦੇਖ ਸਕਦੇ ਹੈਗੇ ਆ ਕਿ ਹੈਜ਼ਕਾਇਆ ਤੋਂ ਬਾਅਦ ਜਿੰਨੇ ਵੀ ਰਾਜੇ ਹੋਏ ਆ, ਇੰਨੇ ਗੁੱਡ ਰਾਜੇ ਨਹੀਂ ਉਸ ਤੋਂ ਬਾਅਦ ਹੋਏ। ਔਰ ਉਹ ਸਾਰੀ ਜਿਹੜੀ ਲਿਨੀਏਜ ਉਸ ਤੋਂ ਬਾਅਦ ਸੀ, ਸਾਰੇ ਦੇ ਸਾਰੇ ਮਸਾਇਆ ਦਾ ਇੰਤਜ਼ਾਰ ਕਰਦੇ ਪਏ ਸੀ ਕਿ ਉਹ ਆਏ। ਖੂਹ ਤੇ ਬੈਠੀ ਔਰਤ ਕੀ ਕਿੱਦਾਂ ਕਹਿੰਦੀ ਪਈ ਹੈ, ਮਸਾਇਆ ਆਏਗਾ ਤੇ ਉਹ ਸਾਨੂੰ ਸਾਰੀਆਂ ਗੱਲਾਂ ਦੱਸੇ। ਔਰ ਮਸੀਹ ਨੇ ਕਿਹਾ, ਬੀਬੀ ਮੈਂ ਉਹੀ ਮੈਂ ਆ ਗਈ।
That's the amazing thing. लेकिन प्रभु साडे लिए तो भी बड़े बड़े काम कर, क्योंकि ये गए आ 72 इन्होंने हुक्म प्रभु दा मन्निया, बेचारियां नूं कई जगह ते पत्थर भी पाए, लोकां ने गालां भी कड्डियां होंगियां, लोकां ने इहनूं ब्लासफीमर भी क्या होएगा कि तुसीं बकदे पए हैं, तुहाडी मौत होनी चाहिदी। लेकिन वो सब नूं दसदे गए, और जिस वेले वो वापस आए ते उन्हां दी छोटी जी रिपोर्ट दे विच देखो किन्ना कुछ। 72 चेले यसू कोल मुड़ आए, वो बहुत खुश। उन्होंने यसू नूं दस्सिया, प्रभु जी तुहाडे नां दे कारण भूत भी साडी मनदे सन। यसू ने कहा भी जिहड़ा काम तुसीं करके आए हैं ना, ਉਹਨੂੰ ਦੇਖ ਕੇ ਤਾਂ ਮੈਂ ਸ਼ੈਤਾਨ ਨੂੰ ਧਰਤੀ ਦੇ ਉੱਤੇ ਬਿਜਲੀ ਦੀ ਤਰ੍ਹਾਂ ਡਿੱਗਦਾ ਦੇਖਿਆ। ਕਿਉਂ? ਇਸ ਕਰਕੇ ਨਹੀਂ ਕਿ ਉਹ ਉੱਥੇ ਪ੍ਰਚਾਰ ਕਰਨ ਗਏ ਆ ਜਿੱਥੇ ਉਹਨਾਂ ਨੂੰ ਰਿਸੀਵ ਕੀਤਾ ਗਿਆ, ਕਿਉਂਕਿ ਉਹ ਉੱਥੇ ਪ੍ਰਚਾਰ ਕਰਨ ਗਏ ਆ ਜਿੱਥੇ ਉਹਨਾਂ ਨੂੰ ਰਿਸੀਵ ਨਹੀਂ ਕੀਤਾ ਗਿਆ, ਔਰ ਜਿਨ੍ਹਾਂ ਨੇ ਰਿਸੀਵ ਉਹਨਾਂ ਨੂੰ ਨਹੀਂ ਕੀਤਾ, ਸ਼ੈਤਾਨ ਦੇ ਹੱਥੋਂ ਉਹ ਖੁਸਣ ਵੜੇ। वो रूहां ਉਹਦੇ ਹੱਥਾਂ ਚੋਂ ਨਿਕਲਣ ਆ ਗਈਆਂ, ਔਰ ਉਹਨਾਂ ਨੂੰ ਬਚਾਉਣ ਦੇ ਲਈ ਉਸ ਨੂੰ ਬਿਜਲੀ ਦੀ ਤਰ੍ਹਾਂ ਧਰਤੀ ਤੇ ਆਉਣਾ ਪਿਆ। ਕਿਉਂਕਿ ਜਿਨ੍ਹਾਂ ਨੇ ਤਾਂ ਸੁਣਿਆ, ਜਿਨ੍ਹਾਂ ਦੇ ਦਿਲ ਨਰਮ ਸੀਗੇ ਪ੍ਰਭੂ ਦੇ ਵੱਲ, ਜਿਹੜੇ ਇੰਤਜ਼ਾਰ ਕਰਦੇ ਪਏ ਸੀ, ਉਹ ਉਹਦੇ ਹੱਥੋਂ ਨਿਕਲ ਹੀ ਚੁੱਕੇ ਸੀ, ਕਿਉਂਕਿ ਉਹਨਾਂ ਦੀ ਇੰਤਜ਼ਾਰ ਹੀ, ਜਿਹੜੇ ਇੰਤਜ਼ਾਰ ਦੇ ਵਿੱਚ ਮਰੇ ਆ ਜਾਂ ਇੰਤਜ਼ਾਰ ਕਰਦੇ ਪਏ ਸੀ, ਉਹਨਾਂ ਦੇ ਉਸ ਇੰਤਜ਼ਾਰ ਨੇ ਉਹਨਾਂ ਨੂੰ ਉਚਿਤ ਠਹਿਰਾਉਣਾ ਸੀ ਪ੍ਰਭੂ ਤੇ। ਸੋ ਉਹਦੇ ਹੱਥ ਚੋਂ ਨਿਕਲ ਚੁੱਕੇ, ਪਰ ਉਹ ਉਹਨਾਂ ਨੂੰ ਬਚਾਉਂਦਾ ਪਿਆ, ਆਪਣੇ ਹੱਥਾਂ 'ਚ ਰੱਖਣ ਦੀ ਕੋਸ਼ਿਸ਼ ਕਰਦਾ ਪਿਆ ਜਿਹੜੇ ਨਹੀਂ ਕਰਦੇ ਪਏ, ਲੇਕਿਨ ਉਹ ਉੱਥੇ ਜਾ ਕੇ ਵੀ ਪ੍ਰਚਾਰ ਕਰਦੇ ਪਏ। ਔਰ ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ, ਉਸ ਉਹਨਾਂ ਨੂੰ ਪਵਿੱਤਰ ਆਤਮਾ ਦੀ ਖੁਸ਼ੀ ਜਿਹੜੀ ਪ੍ਰਾਪਤ ਹੋਈ ਆ, ਉਸ ਦੇ ਵਿੱਚ ਉਹ ਕਹਿੰਦੇ, ਪਿਤਾ ਮੈਂ ਧੰਨਵਾਦ ਕਰਦਾ, ਜਿਹੜੀਆਂ ਚੀਜ਼ਾਂ ਤੂੰ ਵੱਡਿਆਂ ਤੋਂ ਲੁਕੋ ਕੇ ਰੱਖੀਆਂ, ਤੂੰ ਇਹਨਾਂ ਦੇ ਉੱਤੇ ਖੋਲ ਦਿੱਤੇ। ਸੱਚਮੁੱਚ ਉਹ ਚੀਜ਼ਾਂ ਨੂੰ ਦੇਖਣਾ ਮੰਗਦੇ ਹਾਂ, ਜਾਂ ਅਸੀਂ ਸਾਰੀ ਉਮਰ ਚਰਚ ਪੋਲਿਟਿਕਸ 'ਚ ਮੰਨਣਾ, ਫਸੇ ਰਹਿਣਾ ਮੰਗਦੇ। ਤਾਂ ਫਿਰ ਇਹ ਹੁਕਮ ਆ ਛੋਟੇ ਛੋਟੇ ਪ੍ਰਭੂ ਦੇ, ਇਹਨਾਂ ਨੂੰ ਅਸੀਂ ਮੰਨੀਏ ਔਰ ਲੈ ਕੇ ਅੱਗੇ ਚੱਲੀਏ, ਉਹਦੀ ਹਜ਼ੂਰੀ ਦੇ ਵਿੱਚ ਬੈਠੀਏ, ਉੱਥੋਂ ਭਰ ਕੇ ਆਈਏ, ਜੋ ਹੁਕਮ ਦਏ ਉਹਦੇ ਅਨੁਸਾਰ ਅਸੀਂ ਚੱਲੀਏ। ਜਿੱਧਰ ਨੂੰ ਉਹ ਕੱਲੇ ਉਧਰ ਨੂੰ ਜਾਈਏ, ਔਰ ਉਸ ਤੋਂ ਬਾਅਦ ਅਸੀਂ ਜਿੱਦਾਂ ਪ੍ਰਭੂ ਨੇ ਹੁਕਮ ਦਿੱਤੇ ਆ ਉਹ ਕੰਮ ਕਰੀਏ। ਉਹਨਾਂ ਕੋਲ ਵੀ ਜਾਈਏ ਜਿਹੜੇ ਸਵੀਕਾਰ ਕਰਦੇ ਆ, ਉਹਨਾਂ ਕੋਲ ਵੀ ਜਾਈਏ ਜਿਹੜੇ ਨਹੀਂ ਸਵੀਕਾਰ ਕਰਦੇ। ਫਿਰ ਪ੍ਰਭੂ ਦੀ ਖੁਸ਼ੀ ਸਾਡੀ ਖੁਸ਼ੀ ਵਿੱਚ ਬਦਲ ਜਾਂਦੀ ਹੈ। ਯਾਦ ਰੱਖੋ, ਇਹ 72 ਖੁਸ਼ ਸੀ, ਮਾਰ ਖਾ ਕੇ ਵੀ ਆਏ, ਗਾਲਾਂ ਖਾ ਕੇ ਵੀ ਆਏ, ਥੱਕਿਓ ਵੀ, ਬੜੇ ਖੁਸ਼, ਇਹ ਖੁਸ਼। ਇੱਕ ਚੀਜ਼ ਹੋਰ ਦੇਖ, ਮੇਰੇ ਨਾਲ ਸਮਾਂ ਥੋੜਾ, ਮੇਰੇ ਨਾਲ ਬਸ ਇੱਕ ਚੀਜ਼ ਅਸੀਂ ਦੇਖਾਂਗੇ ਅਖੀਰ ਦੇ ਵਿੱਚ, ਉਹ ਹੈ ਮੱਤੀ ਦਾ 26ਵਾਂ ਭਾਗ, ਉਹਦੀ 6 ਤੋਂ 13 ਆਇਤ 52 ਪੰਨਾ। ਮੈਂ ਪੜ੍ਹ ਦਣਾ ਪਾਸਟਰ ਜੀ। ਹਾਂਜੀ ਗੋਦ ਮੇਰਾ ਵੀਰਾ। ਪ੍ਰਭੂ ਯਿਸੂ ਬੈਤਨੀਆ ਵਿੱਚ ਅਭਿਸ਼ੇਕ। ਪ੍ਰਭੂ ਯਿਸੂ ਦਾ ਬੈਤਨੀਆ ਵਿੱਚ ਅਭਿਸ਼ੇਕ। ਜਦੋਂ ਯਿਸੂ ਬੈਤਨੀਆ ਪਿੰਡ ਵਿੱਚ ਸ਼ਮਾਉਨ ਕੋੜੀ ਦੇ ਘਰ ਵਿੱਚ ਸਨ, ਤਾਂ ਉਸ ਵੇਲੇ ਉੱਥੇ ਉਹਨਾਂ ਕੋਲ ਇੱਕ ਔਰਤ ਆਈ। ਉਸ ਔਰਤ ਕੋਲ ਸੰਗਮਰਮਰ ਦੀ ਅਤਰਦਾਨੀ ਵਿੱਚ ਕੀਮਤੀ ਅਤਰ ਸੀ।
ਫਿਰ ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਉਸਨੇ ਇਹ ਅਤਰ ਯਿਸੂ ਦੇ ਸਿਰ ਤੇ ਡੋਲ ਦਿੱਤਾ। ਪਰ ਚੇਲਿਆਂ ਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਾ। ਇਸ ਲਈ ਉਹ ਬੋਲੇ, ਇਹ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ? ਇਹ ਕੀਮਤੀ ਅਤਰ ਕਾਫੀ ਕੀਮਤ ਤੇ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾ ਸਕਦਾ ਸੀ। ਯਿਸੂ ਨੇ ਇਹ ਜਾਣਦੇ ਹੋਏ ਚੇਲਿਆਂ ਨੂੰ ਕਿਹਾ, ਉਸ ਨੂੰ ਕਿਉਂ ਤੰਗ ਕਰ ਰਹੇ ਹੋ? ਉਸਨੇ ਮੇਰੇ ਨਾਲ ਇੱਕ ਬਹੁਤ ਚੰਗਾ ਕੰਮ ਕੀਤਾ ਹੈ। ਗਰੀਬ ਤੁਹਾਡੇ ਨਾਲ ਸਦਾ ਹਨ, ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਾਂਗਾ। ਉਸਨੇ ਇਹ ਅਤਰ ਮੇਰੇ ਸਰੀਰ ਤੇ ਡੋਲ ਕੇ ਮੇਰੇ ਦਫਨਾਏ ਜਾਣ ਦੇ ਲਈ ਮੇਰਾ ਅਭਿਸ਼ੇਕ ਕੀਤਾ ਹੈ। ਇਹ ਸੱਚ ਜਾਣੋ, ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਜੋ ਕੁਝ ਇਸ ਨੇ ਕੀਤਾ ਹੈ, ਇਸ ਦੀ ਯਾਦਗਾਰੀ ਵਿੱਚ ਇਹ ਵੀ ਦੱਸਿਆ ਜਾਵੇਗਾ। ਆਮੇਨ। That's a wonderful, wonderful portion. ਕਿ ਪ੍ਰਭੂ ਯਿਸੂ ਦੇ ਅਸੀਂ ਵਰਸ਼ਿਪ ਦੇ ਲਈ ਕੀ ਲੈਂਦੇ, and the last part is a worship. ਜਿਹੜਾ ਸਾਡਾ ਆਪਣੇ ਆਪ ਦਾ ਇੱਕ ਸੈਕਰੀਫਾਈਸ ਹੁੰਦਾ ਵਰਸ਼ਿਪ। Song ਇੱਕ ਹਿੱਸਾ ਆ, ਸ਼ੁਕਰਗੁਜ਼ਾਰੀ ਇੱਕ ਹਿੱਸਾ ਆ, ਲੇਕਿਨ ਪਰਸਨਲ ਵਰਸ਼ਿਪ ਜੋ ਦਿਲ ਨੂੰ ਤੋਂ ਦਿਲ ਦੇ ਨਾਲ ਕੀਤੀ ਜਾਂਦੀ। ਜਿਹੜਾ ਪਹਿਲਾ ਹਿੱਸਾ ਸੀ ਤੁਹਾਨੂੰ ਮੈਂ ਦੱਸਿਆ, ਜਿਹੜਾ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਬੈਠਦੇ ਹਾਂ, ਉਹ ਹੈ listening to God। ਔਰ ਜਿਹੜਾ ਦੂਸਰਾ ਅਸੀਂ ਚੁੱਪ ਕਰਕੇ ਪ੍ਰਭੂ ਦੀ ਹਜ਼ੂਰੀ 'ਚ ਨਹੀਂ ਬਹਿੰਦੇ, ਜਿੱਥੇ ਸਾਡਾ ਮਨ ਪ੍ਰਭੂ ਦੇ ਦਿਲ ਦੇ ਨਾਲ ਗੱਲ ਕਰ ਰਿਹਾ ਹੁੰਦਾ, ਉਹ ਹੈ ਵਰਸ਼ਿਪ। ਔਰ ਉਸ ਦੇ ਵਿੱਚ ਹੁੰਦੀ ਹੈ ਸ਼ੁਕਰਗੁਜ਼ਾਰੀ, ਜਿਹੜੀ ਅਸੀਂ ਪ੍ਰਭੂ ਦੇ ਕੋਲ ਲੈ ਕੇ ਜਾਂਦੇ। ਔਰ ਸ਼ੁਕਰਗੁਜ਼ਾਰੀ ਦੀ ਬੋਤਲ ਦੇ ਵਿੱਚ ਜਿਹੜਾ ਹੁੰਦਾ, ਅਸੀਂ ਉਸਦੇ ਪੈਰਾਂ ਤੇ ਜੋ ਚੜਾਉਂਦੇ ਹਾਂ, ਉਹ ਹੈ ਸਾਡਾ ਪਿਆਰ। That is very important. ਇਹ ਕੁਛ ਇੱਕ ਐਸੀਆਂ ਚੀਜ਼ਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖੀਆਂ ਜਿਨ੍ਹਾਂ ਨੂੰ ਪ੍ਰਭੂ ਨੇ ਇੰਪੋਰਟੈਂਟ ਕਿਹਾ, ਜੋ ਪ੍ਰਭੂ ਦੇ ਲੋਕਾਂ ਨੇ ਕੀਤੀਆਂ, ਔਰ ਪ੍ਰਭੂ ਨੇ ਉਹਨਾਂ ਨੂੰ ਬਹੁਤ ਹੀ ਇੰਪੋਰਟੈਂਟ ਕਿਹਾ। ਇਹ ਕੁਛ ਕਦਮ ਆ ਜਿਸ ਲਈ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਝੁਕਦੇ ਹਾਂ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਦੇ ਨਾਮ ਦੇ ਵਿੱਚ ਇੱਕ ਅਣਖ ਆ ਕੇ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਦੇ, ਉਸ ਦੀ ਹਜ਼ੂਰੀ ਦੇ ਵਿੱਚ ਬਹਿੰਦੇ ਹਾਂ, ਉਸ ਦੇ ਹੁਕਮ ਨੂੰ ਸੁਣਦੇ ਹਾਂ, ਕਰਦੇ ਹਾਂ, ਵਾਪਸ ਆ ਕੇ ਉਹਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਹਾਂ, ਔਰ ਉਸ ਤੋਂ ਬਾਅਦ ਵਰਸ਼ਿਪ ਦੇ ਵਿੱਚ ਉਸ ਦੇ ਚਰਨਾਂ 'ਚ ਬੈਠਦੇ। That's a one-to-one worship. ਇਸ ਵੇਲੇ ਉਹ ਪ੍ਰਭੂਆਂ ਦਾ ਪ੍ਰਭੂ ਆ ਕੇ ਆਪਣੇ ਸਿੰਘਾਸਨ 'ਚ ਬੈਠਦਾ, ਆਪਣੇ ਮਹਿਲ ਦੇ ਵਿੱਚ, ਆਪਣੇ ਮੰਦਰ ਦੇ ਵਿੱਚ, ਔਰ one-to-one ਅਸੀਂ ਉਸ ਦੀ ਹਜ਼ੂਰੀ ਦੇ ਵਿੱਚ ਜਾਂਦੇ। ਜ਼ਿੰਦਗੀ ਦਾ ਬਹੁਤ ਸਾਰਾ ਗਰਭ ਵਿੱਚ ਜਿਹੜਾ ਨਾ ਆਪਣਾ ਗਰਭ ਵਿੱਚ ਪ੍ਰਭੂ ਇਸ ਤਰ੍ਹਾਂ ਸਾਫ਼ ਕਰਦਾ। ਇਟ ਇਜ਼ ਅ ਪਰਸਨਲ, ਇੱਥੋਂ ਬਣਦਾ ਸਾਡਾ ਪਰਸਨਲ ਰਿਲੇਸ਼ਨਸ਼ਿਪ ਵਿਦ ਗॉड। ਜਿਸ ਲਈ ਅਸੀਂ ਇਹ ਚੀਜ਼ਾਂ ਕਰਦੇ ਹਾਂ, ਫਿਰ ਸਾਡਾ ਰਿਲੀਜਨ ਤੋਂ ਛੁਟਕਾਰਾ, ਨਹੀਂ ਤਾਂ ਸਾਡਾ ਪ੍ਰਭੂ ਯਿਸੂ ਮਸੀਹ ਦੇ ਨਾਲ ਇੱਕ ਰਿਲੀਜਨ ਬਣਿਆ ਰਹਿੰਦਾ। ਪਰ ਇਸ ਨੂੰ ਜਿਹੜਾ ਪ੍ਰਭੂ ਦੇ ਨਾਲ ਜਿਹੜਾ ਰਿਸ਼ਤਾ ਜਿਹੜਾ ਨਾ, ਉਸ ਨੂੰ ਜੋੜਨ ਦੇ ਲਈ ਇਹ ਜਿਹੜੀਆਂ ਥੋੜੀਆਂ ਜਿਹੀਆਂ ਚੀਜ਼ਾਂ ਜੋ ਮੇਰੀ ਮੰਦ ਬੁੱਧੀ ਨੇ ਪ੍ਰਭੂ ਦੇ ਵਚਨ ਚੋਂ ਦੇਖੀਆਂ ਔਰ ਕੀਤੀਆਂ, I'm still saying I'm not there. ਮੈਂ ਜਿੰਨਾ ਅੱਗੇ ਜਾਣਾ ਪਿਆ, ਮੈਨੂੰ ਓਨਾ ਹੀ ਮਹਿਸੂਸ ਹੁੰਦਾ ਪਿਆ ਕਿ I don't know. ਪਰ ਇਹ ਕੁਛ ਇੱਕ ਚੀਜ਼ਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਮੈਂ ਸਿੱਖਿਆ ਪ੍ਰਭੂ ਦੀ ਹਜ਼ੂਰੀ 'ਚ ਬਹਿਣਾ,
ਭਾਵੇਂ ਥੋੜਾ ਸਮਾਂ ਬੈਠਾ ਭਾਵੇਂ ਜ਼ਿਆਦਾ ਸਮਾਂ ਬੈਠਾ, that's not important, ਕਿਉਂਕਿ ਫਿਰ ਉਹ ਸਮਾਂ ਆਪਣਾ ਸਮਾਂ ਪ੍ਰਭੂ ਆਪੇ ਬਣਾਉਣਾ ਸ਼ੁਰੂ। But it's a big change. ਜਿੱਦਾਂ ਪਹਿਲਾਂ ਸਟਰਗਲ ਜੀ ਕਰਨੀ ਪੈਂਦੀ ਸੀ ਹਰ ਇੱਕ ਚੀਜ਼ ਦੇ ਲਈ, ਮਨ ਨੂੰ ਸਾਫ਼ ਰੱਖਣ ਦੇ ਲਈ, ਕਿਸੇ ਗੱਲ ਨੂੰ ਦਿਲ ਤੇ ਨਹੀਂ ਲਾਉਣਾ, ਗੱਲ ਨੂੰ ਹਾਉ ਪਰੇ ਕਰ ਦੇਣਾ, ਉਹਦੀ ਸਟਰਗਲ ਕਰਨੀ ਪੈਂਦੀ ਸੀ, ਲੇਕਿਨ ਤੌੜੀ ਪਿੱਛੇ ਰਿੱਝਦੀ ਰਹਿੰਦੀ ਸੀ। ਉਹ ਪਿੱਛੇ ਉਹ ਖਾਰਜੀ ਬਣੀ ਰਹਿੰਦੀ ਸੀ। ਲੇਕਿਨ ਜਦ ਪ੍ਰਭੂ ਨੂੰ ਇਹ ਗਰਬਜ ਦੇਣਾ ਸ਼ੁਰੂ ਕਰ ਦਿੱਤਾ, ਜਦ ਉਹਨੇ ਦਿਖਾਉਣਾ ਸ਼ੁਰੂ ਕਰ ਦਿੱਤਾ, and it doesn't feel good, ਚੰਗਾ ਨਹੀਂ ਲੱਗਦਾ ਸੀ, ਲੇਕਿਨ ਉਸਨੇ ਦਿਖਾਉਣਾ ਸ਼ੁਰੂ ਕੀਤਾ ਕਿ ਆਹ ਜਿਹੜੀ ਤੇਰੀ ਜ਼ਿੰਦਗੀ ਦੀ ਚੀਜ਼ ਹੈ ਮੈਨੂੰ ਪਸੰਦ। ਔਰ ਫਿਰ ਉਸਨੇ ਉਹਦੇ ਨੂੰ ਕੱਢਣ ਦੇ ਲਈ ਵੀ ਤਾਕਤ ਦੇਣੀ ਸ਼ੁਰੂ ਕਰ ਦਿੱਤੀ। ਜਿਸ ਲਈ ਜਿੱਦਾਂ ਮੈਂ ਉਸ ਗੁਨਾਹ ਨੂੰ ਮੰਨਦਾ ਚਲਾ ਗਿਆ, ਉਹਨੇ ਤਾਕਤ ਦੇਣੀ ਸ਼ੁਰੂ ਕਰ ਦਿੱਤੀ। ਰੁੱਤ ਰਿਹਾਈ ਪੈਣ ਲੱਗ ਪਈ, ਰੱਸੇ ਅੰਦਰ ਵੱਜੇ ਪਏ ਸੀ, ਉਹ ਗੰਢਾਂ ਖੁੱਲਣੀਆਂ ਸ਼ੁਰੂ ਹੋ ਗਈ। ਔਰ ਅੰਤ ਉਹਦੀ still learning, ਹਾਲੇ ਵੀ ਸਿੱਖਣਾ ਪਿਆ। ਪਰ ਮਸੀਹ ਦੀ ਜ਼ਿੰਦਗੀ ਦਾ ਆਨੰਦ ਇੱਥੋਂ ਆਉਣਾ ਸ਼ੁਰੂ ਹੁੰਦਾ, ਜਿਸ ਲਈ ਅਸੀਂ ਥੋੜੀਆਂ ਛੋਟੀਆਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ, ਉੱਥੋਂ ਬਰਕਤ ਆਉਣੀ ਸ਼ੁਰੂ ਹੁੰਦੀ, ਉੱਥੋਂ ਉਸਦੀ ਦਇਆ ਵਧਣੀ ਸ਼ੁਰੂ ਹੁੰਦੀ ਹੈ। ਕਿਉਂਕਿ ਜੇ ਅਸੀਂ ਰੂਮ ਬਣਾਵਾਂਗੇ ਤਾਂ ਦਇਆ ਵਧੂਗੀ, ਜੇ ਰੂਮ ਹੀ ਨਹੀਂ ਬਣਾਉਣਾ ਤੇ ਦਇਆ ਵੀ ਤਾਂ ਫਿਰ ਗੱਲਾਂ ਦੀ ਹੋਣੀ ਹੈ। ਫਿਰ ਅਸੀਂ ਉਸਦੇ ਘਰ ਦਾ ਆਨੰਦ, ਉਸਦੇ ਘਰ ਦੀ ਮਹਿਕ ਧਰਤੀ ਤੇ ਔਰ ਫਿਰ ਹੋਰ ਕੋਈ ਚੀਜ਼ ਨਹੀਂ, ਅਸੀਂ ਉਹ 'ਚ ਵਧਣਾ ਸ਼ੁਰੂ ਕਰ ਦਿੱਤਾ, ਉਹਦੇ 'ਚ ਅਸੀਂ ਬਰਕਤ ਦਾ ਕਾਰਨ ਬਣਨਾ ਸ਼ੁਰੂ ਕਰ ਦਿੱਤਾ। ਕਿਉਂਕਿ ਪ੍ਰਭੂ ਦਾ ਪਿਆਰ ਬਹੁਤ ਹੀ ਡੂੰਘਾ ਹੈ। ਔਰ ਇਸੇ ਕਰਕੇ ਜਿਸ ਲਈ ਅਸੀਂ ਪਿੱਛੇ ਪੜ੍ਹਦੇ ਪਏ ਸੀ, ਅਫਸੀਆਂ ਤੋਂ ਪਹਿਲਾਂ ਅਸੀਂ ਗਲਤੀਆਂ ਦੀ ਪੋਥੀ ਪੜ੍ਹਦੇ ਪਏ ਸੀ, ਤਾਂ ਉਸਦੇ ਵਿੱਚ ਪ੍ਰਭੂ ਦੇ ਬੰਦੇ ਨੇ ਬਹੁਤ ਪਿਆਰੀ ਅਸੀਸ ਦਿੱਤੀ ਉਹਨਾਂ ਨੂੰ। देखो इतने बड़ी प्यारी चीज है। 22वां भाव उसका, 5वां भाव उसकी 22वां आयत, गलतियां दी 345 पन्नी। प्रभु का बंदा इस तरह लिखता, पर पवित्र आत्मा का फल है प्यार, आनंद, शांति, धीरज, दयालगी, भलाई, वफादारी, नम्रता, सवैता। अगर ये सारिया चीज़ों असीं देखिए ना, तो सारिया चीज़ां साडे अपने अंतकरण दे लई, ये ओ फलां दी एक तरह की तुसीं कह लो कि प्रभु ने दुकान सजा दिंदा अंदर, ते जिहड़ा लागे आउंदा वो प्रभु दा फल लैके जांदा।
फिर जिसलिए ਅਸੀਂ प्रभु ਦਾ ਉਹ ਫਲ ਦਿੰਨੇ ਆ ਨਾ ਕਿਸੇ ਨੂੰ, ਫਿਰ ਉਹਦੇ ਕੋਲ ਉਹ ਜਾਂਦਾ ਆ। ਇਹਦਾ ਮਤਲਬ ਇਹ ਨਹੀਂ ਕਿ ਸਾਡਾ ਘਟ ਗਿਆ। No, ਇਹ ਇੱਕ ਐਸਾ ਬਰਕਤ ਆ, ਇਹਨੂੰ ਜਿੰਨਾ ਵੰਡਦੇ ਆ ਇਹ ਉਨੀ ਵੱਧਦੀ। ਕਿਉਂਕਿ ਪ੍ਰਭੂ ਨੂੰ ਪਤਾ ਕਿ ਹੁਣ ਇਹ ਵੰਡਦਾ ਪਿਆ, ਉਹ ਖਜ਼ਾਨੇ ਵੀ ਅੰਦਰ ਵੱਡੇ ਕਰ। ਇਹ ਸਾਡੇ ਪ੍ਰਭੂ ਦੀ ਰਹਿਮ ਆ। ਮੇਰੀ ਬੇਨਤੀ ਆ ਪ੍ਰਭੂ ਦੇ ਅੱਗੇ, ਆਪਣੇ ਸਾਰਿਆਂ ਦੇ ਲਈ ਜੋ ਅਸੀਂ ਪ੍ਰਭੂ ਦੀ ਹਜ਼ੂਰੀ ਚ ਬਹਿੰਦੇ ਆ, ਪ੍ਰਭੂ ਇਹੋ ਜਿਹੀ ਜ਼ਿੰਦਗੀ ਸਾਨੂੰ ਦੇ, ਜੋ ਸਭ ਤੋਂ ਪਹਿਲਾਂ ਸਾਡੇ ਆਪਣੇ ਲਈ ਬਰਕਤ ਹੋਵੇ, ਔਰ ਫਿਰ ਜਿਹਦੇ ਨਾਲ ਵੀ ਅਸੀਂ ਜ਼ਿੰਦਗੀ ਬਿਤਾ ਰਹੇ ਹਾਂ ਜਾਂ ਜਿਨ੍ਹਾਂ ਨਾਲ ਵੀ ਅਸੀਂ ਜ਼ਿੰਦਗੀ ਬਿਤਾ ਰਹੇ ਹਾਂ, ਉਹਨਾਂ ਦੇ ਲਈ ਵੀ ਬਰਕਤ ਦਾ ਕਾਰਨ ਹੋਵੇ। ਅਸੀਂ ਆਪਣੇ ਭਰਾਵਾਂ ਦੇ ਲਈ, ਆਪਣੇ ਗੁਆਂਢੀਆਂ ਦੇ ਲਈ ਵੀ ਬਰਕਤ ਦਾ ਕਾਰਨ ਹੋਈਏ, ਔਰ ਅਸੀਂ ਪ੍ਰਭੂ ਦੇ ਲਈ ਵੀ ਬਰਕਤ ਦਾ ਕਾਰਨ। ਅਸੀਂ ਜਿਸ ਦੇਸ਼ ਦੇ ਵਿੱਚ ਵਸਦੇ ਪਏ, ਜਿਸ ਦੁਨੀਆ ਚ ਵਸਦੇ ਪਏ, ਇਸ ਦੁਨੀਆ ਦੇ ਲਈ ਵੀ ਬਰਕਤ ਦਾ ਕਾਰਨ, ਔਰ ਜਿਸ ਦੁਨੀਆ ਦੇ ਵਿੱਚ ਜਾ ਰਹੇ ਹਾਂ ਉਹਦੇ ਲਈ ਬਰਕਤ ਦਾ ਕਾਰਨ। ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਤੇਰੇ ਇਹਨਾਂ ਪਿਆਰੇ ਸ਼ਬਦਾਂ ਦੇ ਲਈ। ਖੁਦਾਵੰਦ, ਕੋਈ ਵੀ ਕੰਮ ਤੂੰ ਸਾਨੂੰ ਆਪਣੀ ਤਾਕਤ ਦੇ ਨਾਲ ਕਰਨੀ ਨਹੀਂ ਦਿੰਦਾ, ਕਿਉਂਕਿ ਸਾਡੇ ਕੋਲ ਹੈ ਨਹੀਂ। ਸਾਡੇ ਕੋਲ ਤਾਂ ਪ੍ਰਭੂ ਜੀ ਉਹ ਹੀ ਆਤਮਾ ਜੋ ਅਦਨ ਦੇ ਬਾਗ ਤੋਂ ਬਾਹਰ ਪ੍ਰਭੂ ਜੀ ਸਾਡੇ ਕੋਲ ਸੀ, ਜਿਸ ਦੇ ਵਿੱਚ ਕੋਈ ਭਲਾਈ ਨਹੀਂ। ਪਰ ਅਸੀਂ ਤੇਰਾ ਸ਼ੁਕਰ ਕਰਦੇ ਹਾਂ, ਜੋ ਕੁਛ ਤੂੰ ਸਾਨੂੰ ਬਖਸ਼ਿਆ ਉਹ ਵੀ ਸਾਡੀ ਸਮਝ ਤੋਂ ਬਾਹਰ। ਸੋ ਸਾਡੇ ਅੰਦਰ ਦੀਆਂ ਅੱਖਾਂ ਖੋਲ ਪ੍ਰਭੂ ਜੀ, ਸਾਨੂੰ ਦਿਖਾ ਅਸੀਂ ਆਪਣੇ ਦਿਲ ਦੀ ਕੋਠੜੀ ਔਰ ਬਾਕੀ ਦੀਆਂ ਕੋਠੜੀਆਂ ਦੇ ਵਿੱਚ ਕੀ ਕੁਛ ਰੱਖ ਕੇ ਬੈਠੇ, ਤਾਂ ਕਿ ਪ੍ਰਭੂ ਜੀ ਉਹ ਜਗ੍ਹਾਵਾਂ ਅਸੀਂ ਤੈਨੂੰ ਦੇ ਸਕੀਏ। ਚਾਨਣ ਉੱਥੇ ਆਏ ਔਰ ਚਾਨਣ ਉਸ ਹਨੇਰੇ ਦਾ ਨਾਸ਼ ਕਰੇ। ਔਰ ਉਹਨਾਂ ਜਗ੍ਹਾਵਾਂ ਚ ਪ੍ਰਭੂ ਜੀ ਤੇਰਾ ਵਾਸ ਆਏ, ਜਗਤ ਦੇ ਚਾਨਣ ਦਾ ਵਾਸ। ਪਿਆਰੇ ਪ੍ਰਭੂ, ਇਸ ਸਮੇਂ ਦੇ ਵਿੱਚ ਜੋ ਕੁਛ ਅਸੀਂ ਤੇਰੇ ਵਚਨ ਦੇ ਵਿੱਚੋਂ ਪੜਿਆ ਖੁਦਾਵੰਦ, ਸਾਡੇ ਅੰਦਰਾਂ ਦੇ ਵਿੱਚ ਉਹ ਕਾਇਮ ਰਹੇ। ਤੇਰਾ ਆਤਮਾ ਸਾਨੂੰ ਉਹ ਯਾਦ ਕਰਾਉਂਦਾ ਰਹੇ। ਅਸੀਂ ਤੇਰੇ ਵਿੱਚ ਪ੍ਰਭੂ ਜੀ ਤੇਰੇ ਵਚਨਾਂ ਦੇ ਨਾਲ ਮਜ਼ਬੂਤ ਹੁੰਦੇ ਜਾਈਏ। ਔਰ ਸਾਡੀ ਨੀਂਵ ਦਿਨ ਬ ਦਿਨ ਪ੍ਰਭੂ ਜੀ ਸਾਡੀਆਂ ਆਪਣੀਆਂ ਸੋਚਾਂ ਤੋਂ ਉੱਠ ਕੇ ਤੇਰੀ ਚੱਟਾਨ ਦੇ ਉੱਤੇ ਬਣ ਜਾਏ, ਤੇਰੀਆਂ ਸੋਚਾਂ ਦੇ ਉੱਤੇ। ਸਾਰੇ ਸਮੇਂ ਨੂੰ ਪ੍ਰਭੂ ਜੀ ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਜੋ ਖੁਦਾਵੰਦ ਅਸੀਂ ਇਹ ਸਮਾਂ ਤੇਰੇ ਵਿੱਚ ਬਿਤਾ ਰਹੇ। ਤੇਰੇ ਪਿਆਰੇ ਸ਼ਬਦ ਦੀ ਬਰਕਤ ਸਾਨੂੰ ਮਿਲਦੀ ਪਈ ਹੈ, ਤੇਰੇ ਸ਼ਬਦ ਦੇ ਧਾਰੀ ਯਿਸੂ ਦੀ ਬਰਕਤ ਸਾਨੂੰ। ਤੇਰੇ ਵਚਨ ਦੀਆਂ ਇਹ ਚੀਜ਼ਾਂ ਸਾਡੇ ਦਿਲਾਂ ਔਰ ਸਾਡੇ ਮਨਾਂ ਦੇ ਅੰਦਰ ਪ੍ਰਭੂ ਜੀ ਪਹੁੰਚਦੀਆਂ ਰਹਿਣ, ਔਰ ਸਾਨੂੰ ਤੇਰੇ ਪਿੱਛੇ ਚੱਲਦੀਆਂ। ਪਿਆਰੇ ਪ੍ਰਭੂ, ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ, ਸਾਡੇ ਉੱਪਰ ਔਰ ਸਾਡੇ ਪੈਰਾਂ ਦੇ ਵਿੱਚ ਤੇਰੀ ਨਿਗਾਹਬਾਨੀ, ਤੇਰਾ ਛੋਟਾ ਰਸਤਾ, ਤੇਰੀ ਕਿਰਪਾ, ਤੇਰੀ ਦਇਆ, ਤੇਰਾ ਰਹਿਮ, ਔਰ ਆਤਮਾ ਦੇ ਵਿੱਚ ਤੇਰੀ ਪਵਿੱਤਰ ਆਤਮਾ ਦੀ ਭਰਪੂਰੀ, ਔਰ ਯਿਸੂ ਦਾ ਸਾਥ ਸਾਡੇ ਸਾਥ ਦੇਣਾ। बुरे और बुराई तो प्रभु जी तू सानू बचा के रखी, और प्रभु जी अपने रस्तियां मसीह यीशु दे मिठे और प्यारे नाम दे विच सब कुछ सारे भैन bless you। अगले हफ्ते असीं इस पुस्तक नूं खत्म करांगे और उस तो बाद असीं
ਸੋਲੋਮਨ ਦੀ ਜ਼ਿੰਦਗੀ ਔਰ ਕਹਾਵਤਾਂ ਨੂੰ श्रेष्ठ ਗੀਤ ਔਰ ਅਸੀਂ ਬਾਕੀ ਦਾ ਵਿਜ਼ਡਮ ਲਿਟਰੇਚਰ ਉਸ ਦੀ ਸ਼ੁਰੂਆਤ ਫਿਰ ਉਸ ਤੋਂ ਅਗਲੇ ਹਫ਼ਤੇ। ਖੁਦਾ ਤੁਹਾਨੂੰ ਬਹੁਤ ਬਰਕਤ ਦੇ।